बिस्मिल्लाहिर्रहमानिर्रहीम। प्रोग्राम पंजाब की आवाज़ के साथ मैं हूं आपका मेज़बान आसिम अमीन। लोगों की बहुत बड़ी फरमाइश थी कि आप पंजाबी में प्रोग्राम करें, तो इसलिए हमने स्पेशल रहमान भुट्टा साहब को पंजाबी प्रोग्राम के लिए इनवाइट किया है। और आज से हम एक प्रोग्राम पंजाब की आवाज़ पंजाबी में करने जा रहे हैं। अस्सलाम वालेकुम जी भुट्टा साहब, वेलकम जी। बड़ी खुशी हुई ਅੱਜ ਸਾਡਾ ਨਵਾਂ ਪ੍ਰੋਗਰਾਮ ਸਾਡਾ ਦੋਨਾਂ ਦਾ ਸ਼ੁਰੂ ਹੋਣ ਜਾ ਰਿਹਾ ਹੈ, ਪੰਜਾਬ ਦੀ ਆਵਾਜ਼। ਠੀਕ ਹੈ ਜੀ। ਲੋ ਜੀ, ਅੱਜ ਸਾਡਾ ਸਿਲਸਿਲਾ ਜੇ ਕਿ ਜਿਹੜਾ ਪੁਰਾਣੇ ਲਾਹੌਰ ਨੂੰ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਹੈ ਕਿ ਮੈਂ ਆਪਣੀ ਅਸਲ ਸ਼ਕਲ 'ਚ ਲਿਆਵਾਂਗਾ। ਜਿੰਨੇ ਸਾਡੇ ਦਰਵਾਜ਼ੇ ਹੈ ਨਾ ਉਹ ਸਾਰਿਆਂ ਨੂੰ ਕਲੀਅਰ ਕਰਾਂਗੇ। ਉਹਦੇ ਇਰਦ ਗਿਰਦ ਜਿਹੜੀ ਤਜਾਵਜ਼ਾਤ ਹੈ, ਜਿਹੜੀਆਂ ਦੁਕਾਨਾਂ 'ਤੇ ਕਬਜ਼ੇ ਹੋਏ ਆ, ਜਿਹੜੀਆਂ ਬਿਲਡਿੰਗਾਂ ਬਣ ਗਈਆਂ, ਸਾਰੀਆਂ ਅਸੀਂ ਤੋੜ ਦਿਆਂਗੇ। ਅਤੇ ਉਹਨਾਂ ਦਾ ਸਿਲਸਿਲਾ ਵੀ ਜਿਹੜਾ ਨਾ 4 ਤੋਂ 5 ਦਿਨ ਤੋਂ ਸ਼ੁਰੂ ਹੋ ਗਿਆ। ਉਹਦੇ ਤੇ ਕੀ ਕਹੋਗੇ? 7000 ਦੁਕਾਨਦਾਰ ਹੈ ਜੀ। ਆਸਮ ਅਮੀਨ ਸਾਹਿਬ, ਅਸਲ ਤੇ ਲਾਹੌਰ ਦੀ ਜਿਹੜੀ ਬਹਾਲੀ ਦੀਆਂ ਗੱਲਾਂ ਹੋ ਰਹੀਆਂ ਨੇ, ਤੁਸੀਂ ਇਹ ਦੱਸੋ ਪਹਿਲਾਂ ਕਿ ਜਿਹੜੀ ਬਹਾਲੀ ਤੇ ਖੂਬਸੂਰਤੀ ਪੈਦਾ ਕਰਨ ਵਾਸਤੇ ਤੁਸੀਂ ਉੱਥੋਂ ਦੇ ਲੋਕ ਜਿਨ੍ਹਾਂ ਦੀਆਂ ਦੁਕਾਨਾਂ ਨੇ, ਜਿਨ੍ਹਾਂ ਦੇ ਕਾਰੋਬਾਰ ਨੇ, ਉਹਨਾਂ ਦਾ ਇੱਕ ਕਬਰਸਤਾਨ ਵੀ ਨਵਾਂ ਬਣਾ ਦਿਓ। ਪਹਿਲਾਂ ਉਹਨਾਂ ਦਾ ਕਬਰਸਤਾਨ ਡਿਵੈਲਪ ਕਰੋ ਕਿ ਉਹਨਾਂ ਦਾ ਇੱਕ ਕਬਰਸਤਾਨ ਬਣਾਓ ਜਿੱਥੇ ਉਹਨਾਂ ਨੂੰ ਦਫਨ ਕਰ ਦਈਏ। ਭਾਈ ਜਾਨ, ਪਹਿਲਾਂ ਇਹ ਦੱਸੋ, ਤਜਾਵਜ਼ਾਤ ਅਗਰ ਲਾਹੌਰ ਦੇ ਅਹਿਮ ਬਾਜ਼ਾਰਾਂ 'ਚ ਹੋਏ ਨੇ, ਕਿੰਨੇ ਕਰਵਾਏ ਨੇ? ਆਹ ਲਾਜ਼ਮੀ ਗੱਲ ਹੈ, ਸਰਕਾਰ ਨੇ ਜਾਂ ਅੱਖਾਂ ਬੰਦ ਕੀਤੀਆਂ ਅਸੀਂ ਜਾਂ ਉਹਨਾਂ ਦਾ ਜਨਾਬ। ਇਹ ਸਭ ਤੋਂ ਪਹਿਲਾਂ ਮਰੀਮ ਨਵਾਜ਼ ਸਾਹਿਬਾ ਨੂੰ ਚਾਹੀਦਾ ਹੈ ਕਿ ਜਿਸ ਵਕਤ ਜਿਹੜੀ ਦੁਕਾਨ, ਜਿਹੜੇ ਪਲਾਜ਼ੇ 7-7 ਮੰਜ਼ਲਾ ਬਣੇ ਨੇ, ਉਸ ਦੌਰ ਦੇ DCO ਸਾਹਿਬ ਨੂੰ, AC ਸਾਹਿਬ ਨੂੰ ਤੇ ਤਹਿਸੀਲਦਾਰ ਨੂੰ ਔਰ ਪਟਵਾਰੀਆਂ ਨੂੰ ਪਹਿਲਾਂ ਤੇ ਫਾਇਲ ਲਾਓ, ਬੁਲਾ ਕੇ ਮਾਲ ਰੋਡ ਦੇ ਉੱਤੇ। ਨਹੀਂ ਤੇ ਭੁੱਟਾ ਸਾਹਿਬ, ਕਿਉਂ ਨਾ ਅਸੀਂ ਜਿਹੜਾ ਵਾਲ ਸਿਟੀ ਦਾ ਇੱਕ ਪੂਰਾ ਡਿਪਾਰਟਮੈਂਟ ਉਹਨਾਂ ਨੇ ਬਣਾਇਆ ਸੀ, ਕਾਮਰਾਨ ਲਿਸ਼ਾਰੀ ਸਾਹਿਬ ਜਿਹੜੇ ਕਈ ਸਾਲਾਂ ਤੋਂ ਉੱਥੇ ਚੇਅਰਮੈਨ ਬਣੇ ਆ, ਇਹ ਸਾਰਾ ਕੰਮ ਤੇ ਉਹਨਾਂ ਨੇ ਪਾਇਆ, ਤੇ AC ਦਾ ਕੀ ਕਸੂਰ ਹੈ? ਹਾਂਜੀ, ਅਸਲ ਤੇ ਜ਼ਿੰਮੇਵਾਰੀਆਂ ਕਿੰਨਾ ਤੇ ਆਉਂਦੀਆਂ ਨੇ। ਅਗਰ ਵੇਖੋ ਜੀ, ਕੋਈ ਵੀ ਮਹਿਕਮਾ ਹੁੰਦਾ ਉਸ ਮਹਿਕਮੇ ਦੇ ਜੇ ਸਬ ਆਰਡੀਨੇਟ ਕਹਿਣ ਅਸੀਂ ਨਹੀਂ ਕਰਨਾ, ਦੇਖੋ ਜੀ ਮੇਨ ਵੀ ਤੁਸੀਂ ਬੰਦਾ ਰੱਖੋ। ਔਰ ਸਿਰਫ ਇੱਕ ਕਿਸੇ ਵੀ ਤੁਸੀਂ ਸਰਕਲ ਦਾ, ਜਿਹਦੇ 'ਚ ਸ਼ਾਲਮੀ ਹੈ ਜਾਂ ਜਿਹਦੇ 'ਚ ਤੁਸੀਂ ਆਜ਼ਮ ਮਾਰਕੀਟ ਸਮਝਦੇ ਹੋ, ਇੱਕ ਸਰਕਲ ਦਾ ਉਸ ਦੌਰ ਦਾ ਕੀ ਕਹਿ ਰਹੇ ਆ, ਪਟਵਾਰੀ, ਤਹਿਸੀਲਦਾਰ ਤੇ ਜਨਾਬ AC, ਇਹਨਾਂ ਨੂੰ ਜਨਾਬ ਇੱਕ ਨੂੰ ਸਿਰਫ ਫਾਇਲ ਲਾ ਦਿਓ। ਲੋਕਾਂ ਨੂੰ ਇਹ ਤੇ ਤਸੱਲੀ ਹੋਏਗੀ ਜਿਹੜਾ ਅਸੀਂ ਅਰਬਾਂ ਰੁਪਇਆ ਸਾਡਾ ਡੁੱਬ ਗਿਆ, ਤਬਾਹ ਹੋ ਗਿਆ, ਉਹ ਵਿਚਾਰਿਆਂ ਨੂੰ ਤਸੱਲੀ ਤੇ ਹੋ ਜਾਏਗੀ। AC ਤੇ ਬੜੀ ਦੂਰ ਦੀ ਗੱਲ ਜੇ, ਤੁਸੀਂ ਪਟਵਾਰੀ ਨੂੰ ਵੀ ਨਹੀਂ ਹੱਥ ਲਾ ਸਕਦੇ, ਉਹ ਵੀ ਇਸ ਮੁਲਕ ਦਾ ਬਾਦਸ਼ਾਹ। ਤੇ ਦੇਖੋ ਹੁਸਨ ਤੇ ਬਹਾਲ ਤੁਸੀਂ ਕਰਨ ਜਾ ਰਹੇ ਜੇ ਲੋਕਾਂ ਨੂੰ। ਇਹ ਸਾਡੀ ਗੁਫ਼ਤਗੂ ਕਿਸੇ ਹੋਰ ਪਾਸੇ ਨਿਕਲ ਗਈ ਜੇ। ਜੀ ਜੀ। 7000 ਦੁਕਾਨਦਾਰ ਜਿਹੜਾ ਬੇਰੋਜ਼ਗਾਰ ਹੋ ਗਿਆ, ਉਹਦੇ ਨਾਲ ਲੱਖਾਂ ਲੋਕ ਜੁੜੇ ਹੈ। ਇੱਕ ਦੁਕਾਨਦਾਰ ਦੇ ਨਾਲ 10-10 ਲੋਕ ਲਾ ਲਓ, ਉਹਦੇ ਬੱਚੇ, ਉਹਦੀਆਂ ਫੈਮਲੀਜ਼, ਮਾਂ ਬਾਪ, ਬੀਵੀ, ਅੱਗੇ ਹੋ ਸਕਦਾ ਬੱਚਿਆਂ ਦੇ ਵੀ ਬੱਚੇ ਹੋ ਗਏ ਹੋਣ, ਕਿਉਂਕਿ ਬੜਾ ਟਾਈਮ ਹੋ ਗਿਆ ਤਜਾਵਜ਼। ਭਾਈਜਾਨ, ਤੁਸੀਂ ਕਹਿ ਰਹੇ ਹੋ 7000 ਦੁਕਾਨਾਂ, ਨਾ ਸਮਝੋ 7000 ਦੇ ਪਿੱਛੇ 50,000 ਜ਼ਿੰਦਗੀਆਂ ਨੇ। ਦੇਖੋ ਜੀ, ਜਿਹਦਾ ਇੱਕ ਦੁਕਾਨ ਦੀ ਜਮ੍ਹਾਂ ਪੂੰਜੀ ਘੱਟ ਤੋਂ ਘੱਟ ਸ਼ਾਲਮੀ 'ਚ 5 ਕਰੋੜ ਹੈ, ਉਹ ਤੇ ਮਰ ਗਿਆ, ਉਹ ਤੇ ਤਬਾਹ ਹੋ ਗਿਆ। ਲੱਖਾਂ ਕਰੋੜਾਂ ਰੁਪਏ ਦੀ ਦੁਕਾਨ ਸੀ ਜੀ, ਕਰੋੜਾਂ ਦੀ ਦੁਕਾਨ ਉਹਦੀ ਚਲੀ ਗਈ। ਉਹ ਤੇ ਸਮਝ ਲਓ ਜਾਂ ਕਾਢਿਆ ਲੋ ਜੀ ਜਾਏਗਾ ਤੇ ਜਾਂ ਫਾਇਲ ਫੰਦਾ ਲਵੇਗਾ। ਇਸ ਤੋਂ ਇਲਾਵਾ ਹੁਣ ਜਿਹੜੀ ਸੂਰਤ ਹਾਲ ਜੇ ਉਹ ਨਜ਼ਰ ਨਹੀਂ ਜੇ ਆ ਰਹੀ। ਨਹੀਂ ਤੇ ਜਿਹੜਾ ਅਸੀਂ ਪਿਛਲੇ ਪ੍ਰੋਗਰਾਮ 'ਚ ਵੀ ਇੱਕ ਗੱਲ ਕੀਤੀ ਸੀ ਕਿ ਮਰੀਮ ਬੀਬੀ ਨੂੰ ਚਾਹੀਦਾ ਸੀ ਕਿ ਇਹਨਾਂ ਲੋਕਾਂ ਨੂੰ ਬਿਠਾਉਂਦੇ, ਉਹਨਾਂ ਨੂੰ ਕਹਿੰਦੇ ਕਿ ਯਾਰ ਅਸੀਂ ਤੁਹਾਨੂੰ ਇੱਕ ਜਗ੍ਹਾ ਹੋਰ ਦੇਣੀ, ਤੁਸੀਂ ਜਾ ਕੇ ਉੱਥੇ ਆਪਣੀਆਂ ਦੁਕਾਨਾਂ ਬਣਾ ਲਓ, ਜਗ੍ਹਾ ਅਸੀਂ ਤੁਹਾਨੂੰ ਫ੍ਰੀ 'ਚ ਦਿੰਦੇ ਹਾਂ, ਤੇ ਇਹ ਸਾਰਾ ਅੱਛੇ ਤਰੀਕੇ ਨਾਲ ਮੈਨੇਜ ਹੋ ਜਾਣਾ ਸੀ। ਜੀ, ਉਹ ਤਰੀਕਾ ਨਹੀਂ ਸੀ ਬਿਹਤਰ? ਸਭ ਤੋਂ ਦੇਖੋ ਜੀ, ਕੋਈ ਵੀ ਮੁਹੱਜ਼ਮ ਮੁਲਕ ਨੇ ਨਾ, ਮੁਹੱਜ਼ਮ ਸੁਸਾਇਟੀਆਂ 'ਚ ਇਹੀ ਚੀਜ਼ ਹੁੰਦੀ ਹੈ। ਅਗਰ ਕਿਸੇ ਚੀਜ਼ ਦੀ ਜ਼ਰੂਰਤ ਹੈ, ਹਕੂਮਤ ਨੂੰ ਜ਼ਰੂਰਤ ਹੈ, ਦੇਖੋ ਜੀ ਮੇਰੀ ਰਜਿਸਟਰੀ ਹੈ, ਮੇਰਾ ਸਭ ਕੁਝ ਹੈ, ਫਿਰ ਵੀ ਹਕੂਮਤ ਮਾਲਕ ਹੈ ਮੁਫਾਦਾਤ ਆਮਾ। ਔਰ ਆਵਾਮ ਦੇ ਫਾਇਦੇ ਵਾਸਤੇ ਕੋਈ ਚੀਜ਼ ਕੀਤੀ ਜਾਂਦੀ ਹੈ, ਹਕੂਮਤ ਮੇਰੇ ਕੋਲ ਲੈ ਸਕਦੀ ਹੈ, ਲੇਕਿਨ ਉਹਦਾ ਮਤਲਬ ਹੈ ਕਬਜ਼ਾ ਨਹੀਂ ਕਰ ਸਕਦੀ, ਉਹਨੂੰ ਡੇਗ ਨਹੀਂ ਸਕਦੀ, ਉਹਦੀ DC ਰੇਟ ਤੇ ਪੈਸੇ ਦੇਵੇ ਜਾਂ ਉਹਦਾ ਮੁਤਬਾਦਲ ਦੇਵੇ। ਹਕੂਮਤ ਨੇ ਜਿਹੜਾ ਸਰਵੇ ਕੀਤਾ ਜੇ ਨਾ ਉੱਥੇ, ਉਹ ਕਹਿੰਦੀ ਹੈ 80% ਸਾਡੇ ਹੀ ਕਿਰਾਏਦਾਰ ਸੀ ਤੇ 20% ਉਹ ਮਾਲਕਾਨ ਸੀ। ਅੱਛਾ, ਚਲੋ 80% ਵੀ ਕਿਰਾਏਦਾਰ ਸੀ ਤੇ ਆਖਰ ਉਹਨਾਂ ਨੂੰ ਬੈਠੇ ਵੀ ਤੇ 50-50 ਸਾਲ ਹੋ ਗਏ ਆ।
ਜਿਹੜੀ ਤੁਸੀਂ ਪਲਾਨ ਦਿੱਤਾ ਹੈ ਨਾ ਕਿ ਅਗਰ ਇਹ ਹੀ ਵਜ਼ੀਰ ਆਲਾ ਸਾਹਿਬਾ ਬਿਠਾ ਕੇ ਇਹਨਾਂ ਨੂੰ ਹਾਂ। ਮੁਖਤਲਿਫ ਜਗ੍ਹਾ ਸ਼ਦਾਰਾ ਕਾਨਾ ਕਿਸੇ ਐਸੀ ਜਗ੍ਹਾ ਤੇ ਇੱਕ ਬਿਜ਼ਨਸ ਜ਼ੋਨ ਬਣਾ ਦਿੰਦੇ, ਬਿਜ਼ਨਸ ਬਣਾ ਦਿੰਦੇ, ਬਿਲਕੁਲ ਸਹੀ। ਚਲੋ ਇੱਕ ਕਰ ਦਿੰਦੇ ਕਿ ਕਹਿੰਦੇ ਲਓ ਜਨਾਬ ਤੁਹਾਨੂੰ ਇੱਥੇ ਅਗਰ ਇੱਕ ਮਰਲੇ ਦੀ ਦੁਕਾਨ ਹੈ ਤੇ ਤੁਹਾਨੂੰ ਉਹਦੇ ਮੁਤਬਾਦਲ ਅਸੀਂ 2-2 ਮਰਲੇ ਦੀ ਦੁਕਾਨ ਦਿੰਨੇ ਆ। ਹੱਸ ਕੇ ਲੋਕਾਂ ਨੇ ਜਾਣਾ ਸੀ। ਤੇ ਅਗਰ ਇਹ ਪਲੈਨਿੰਗ ਨਹੀਂ ਹੋਏਗੀ ਤੇ ਫਿਰ ਇਹ ਮਾਮਲਾਤ ਹੋਣਗੇ ਜਿਹੜੇ ਚੱਲਣ ਦੇ ਜੇ। ਔਰ ਤੁਹਾਨੂੰ ਦੂਸਰਾ ਦੱਸ ਰਿਹਾ, ਦੂਸਰਾ ਦਿਨ ਮਾਰਕੀਟਾਂ ਬੰਦ ਜੇ ਸਰ ਇਹ ਮਾਰਕੀਟਾਂ ਸਿਰਫ ਲਾਹੌਰ ਦੀਆਂ ਨਹੀਂ ਪੂਰੇ ਪੰਜਾਬ 'ਚ ਆਸਮ ਸਾਹਿਬ ਤੂਫਾਨ ਬਰਪਾ ਜੇ ਰੋਜ਼ਿਆਂ ਤੋਂ ਪਹਿਲਾਂ। ਰੋਜ਼ਿਆਂ ਤੋਂ ਪਹਿਲਾਂ ਪੂਰੇ ਪੰਜਾਬ ਦੀ ਜਿਹੜੀ ਸੂਰਤ ਹਾਲ ਜੇ ਉਹ ਤੁਹਾਨੂੰ ਕੀ ਦੱਸੀਏ। ਤੁਸੀਂ ਉਹਦੇ 'ਚ ਲੈ ਲਓ ਵਜ਼ੀਰਾਬਾਦ, ਸਾਹੀਵਾਲ, ਸਿਆਲਕੋਟ, ਗੁਜਰਾਂਵਾਲਾ, ਹਾਫਿਜ਼ਾਬਾਦ, ਉੱਥੇ ਵੀ ਕਹਿੰਦੇ ਸਾਰੀਆਂ ਫੈਸਲਾਬਾਦ ਅੱਧੀਆਂ ਤਬਾਹੀ ਕਈਆਂ ਦੀ ਤੇ ਆਸਮ ਸਾਹਿਬ ਪੂਰੀ ਦੁਕਾਨ ਹੀ ਤਬਾਹ ਹੋ ਗਈ ਹੈ। ਇੱਕ ਦੁਕਾਨ ਹੀ 12 ਫੁੱਟ ਦੀ ਹੈ, 12 ਫੁੱਟ ਦੀ ਜਗ੍ਹਾ ਆ ਗਈ, ਖਤਮ ਹੋ ਗਈ। ਹੁਣ ਦੇਖੋ ਉਹਦੇ 'ਚ ਕੀ ਹੋਇਆ, ਨਹੀਂ ਪਤਾ ਕਿ ਮਿਲਣਾ ਕਿ ਨਹੀਂ, ਕੁਝ ਵੀ ਨਹੀਂ, ਕੋਈ ਚਾਂਸ ਨਹੀਂ। ਔਰ ਤੁਹਾਨੂੰ ਇੱਕ ਨਵੀਂ ਖਬਰ ਦੇ ਰਿਹਾ ਜਨਾਬ ਆਸਮ ਸਾਹਿਬ ਕਿ ਜਨਾਬ ਇੱਕ ਪ੍ਰਾਪਰਟੀ ਹੈ ਉਹਦੀ ਰਜਿਸਟਰੀ ਇੰਤਕਾਲ ਨੇ। ਅੱਛਾ। ਹੁਣ ਹਕੂਮਤ ਦਾ ਕਹਿਣਾ ਹੈ ਕਿ ਜਨਾਬ ਆ ਸੜਕ ਤੇ ਸਰਕਾਰ ਦੀ ਹੈ, ਤੁਸੀਂ ਆਪਣੀ ਪਾਰਕਿੰਗ ਛੱਡੋ 15-15 ਫੁੱਟ। ਹਾਂ ਤੇ ਪਿੱਛੇ ਕੀ ਬਚਿਆ? ਪਿੱਛੇ ਤੇ ਜਿਹਦੀ ਦੁਕਾਨ 12 ਫੁੱਟ ਦੀ ਹੋਵੇ ਉਹ ਤੇ ਹੱਥੋਂ 3 ਫੁੱਟ ਕਿੱਥੋਂ ਲਿਆ ਕੇ ਦੇ ਦੇਵੇ। ਇਹ ਸੂਰਤ ਹਾਲ ਪੈਦਾ ਹੋਈ ਜੇ ਤੇ ਤੁਸੀਂ ਸਿਰਫ ਤੇ ਅਸੀਂ ਦੁਆ ਹੀ ਕਰ ਸਕਨੇ ਇਸ ਕੌਮ ਨੂੰ। ਅੱਛਾ, ਹੁਣ ਇੱਕ ਹਕੂਮਤ ਨੂੰ ਕੋਈ ਚੰਗਾ ਜਿਹਾ ਮੈਸੇਜ ਦੇ ਦਿਓ ਅਗਰ ਤੁਸੀਂ ਸਮਝਦੇ ਹੋ ਕਿ ਯਾਰ ਅਗਰ ਇਸ ਤਰ੍ਹਾਂ ਕਰ ਲਿੱਤਾ ਜਾਵੇ ਤੇ ਇਹ ਲੋਕਾਂ ਦਾ ਰੋਜ਼ਗਾਰ ਬਚ ਜਾਏਗਾ। ਮੈਂ ਤੇ ਇਹੀ ਕਹਿਣਾ ਚਾਹਨਾ ਕਿ ਜਨਾਬ ਵਜ਼ੀਰ ਆਲਾ ਸਾਹਿਬਾਂ ਨੂੰ ਕਿ ਤੁਸੀਂ ਬਿਲਕੁਲ ਜਿਸ ਤਰ੍ਹਾਂ ਕਹਿ ਰਹੇ ਹੋ ਨਾ ਕਿ ਮੈਂ ਪੰਜਾਬ ਦੀ ਮਾਂ, ਤੇ ਮਾਂ ਕਦੀ ਵੀ ਔਲਾਦ ਨੂੰ ਤਬਾਹ ਨਹੀਂ ਕਰਦੀ, ਕਦੀ ਵੀ ਉਹਨੂੰ ਪਰੇਸ਼ਾਨੀ ਵਹਿੰਦੀ। ਤੁਸੀਂ ਇਹਨਾਂ ਲੋਕਾਂ ਨਾਲ ਮੁਹੱਬਤ ਕਰੋ, ਇਹਨਾਂ ਲੋਕਾਂ ਨੂੰ ਇਕੱਠਿਆਂ ਕਰੋ, ਇਕੱਠਿਆਂ ਕਰਕੇ ਜਿਨ੍ਹਾਂ ਦਾ ਜੈਨੂਇਨ ਨੁਕਸਾਨ ਹੋ ਰਿਹਾ ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਉਹਦੇ ਮੁਤਬਾਦਲ ਰੋਜ਼ਗਾਰ ਦਿਓ, ਉਹਦੇ ਮੁਤਬਾਦਲ ਉਹਨਾਂ ਨੂੰ ਪ੍ਰਾਪਰਟੀ ਜਾਂ ਦੁਕਾਨਾਂ ਬਣਾ ਕੇ ਦਿਓ ਜਾਂ ਦੁਕਾਨਾਂ ਦੀ ਜਗ੍ਹਾ ਦੇ ਦਿਓ। ਅਗਰ ਇਹ ਸੂਰਤ ਹਾਲ ਰਹੀ ਤੇ ਸਮਝ ਲਵੋ ਪੰਜਾਬ 'ਚ ਬਹੁਤ ਬੁਰੇ ਹਾਲਾਤ ਆਉਣ ਵਾਲੇ ਵਕਤ 'ਚ ਹੋਣ ਵਾਲੇ ਜੀ। ਕਈ ਪ੍ਰੋਗਰਾਮ ਤੇ ਅਸੀਂ ਦੇਖਿਆ ਕਿ ਹੁਣ ਜਿਹੜੇ ਕੱਟਰ ਮੁਸਲਿਮ ਲੀਗੀ ਸੀ ਉਹ ਵੀ ਇਹ ਕਹਿੰਦੇ ਕਿ ਅਸੀਂ ਆਪਣੀ ਔਲਾਦ ਨੂੰ ਵੀ ਨਸੀਹਤ ਕਰਾਂਗੇ ਕਿ ਕੋਈ ਨੂਨ ਲੀਗ ਨੂੰ ਵੋਟ ਨਾ ਪਾਵੇ। ਤੇ ਇਹ ਸੂਰਤ ਹਾਲ ਹੈ। ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸ਼ਰੀਫ ਸਾਹਿਬਾ ਜ਼ਰਾ ਇਹਦੇ ਤੇ ਗੌਰ ਕਰੋ, ਫਿਕਰ ਕਰੋ, ਤੁਹਾਡੀ ਜ਼ਰੂਰਤ ਹੈ ਇਸ ਟਾਈਮ ਲੋਕਾਂ ਨੂੰ। ਲਓ ਜੀ ਆਂਦਾ ਪ੍ਰੋਗਰਾਮ ਤੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਆਪਣੇ ਮੇਜ਼ਬਾਨ ਨੂੰ ਇਜਾਜ਼ਤ ਦਿਓ। ਅੱਲਾ ਨਿਗਹਿਬਾਨ।